आम आदमी पार्टी ਦੇ ਇੱਥੇ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਪੰਜਾਬ ਵਾਸੀਆਂ ਨੇ ਇਤਿਹਾਸ ਰਚਿਆ ਤੇ ਔਰ ਜਿੱਥੇ ਪੰਜਾਬ ਵਾਸੀਆਂ ਨੇ ਇਤਿਹਾਸ ਰਚਿਆ ਉੱਥੇ ਆਮ ਆਦਮੀ ਪਾਰਟੀ ਵੀ ਇਤਿਹਾਸ ਰਚ ਰਹੀ ਹੈ ਔਰ ਤੁਸੀਂ ਦੇਖਿਆ ਹੋਣਾ ਵੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ 2-3 ਸਾਲ ਇਹੀ ਰੌਲਾ ਹੁੰਦਾ ਵੀ ਖਜ਼ਾਨਾ ਖਾਲੀ ਹੈ ਪਰ ਆਮ ਆਦਮੀ ਪਾਰਟੀ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਔਰ ਜਿਨ੍ਹਾਂ ਨੇ ਪਹਿਲੇ ਦਿਨ ਖਟਕੜ ਕਲਾਂ ਸ਼ਹੀਦਾਂ ਦੀ ਜਗ੍ਹਾ ਤੇ ਜਾ ਕੇ ਸਹੁੰ ਚੱਕੇ ਉਸ ਦਿਨ ਤੋਂ ਕੰਮ ਸ਼ੁਰੂ ਕਰਤੇ 25,000 ਨਵੀਂ ਨੌਕਰੀ ਦਾ ਐਲਾਨ 26,400 ਜਿਹੜੀ ਖਾਲੀ ਪਈ ਵੈਕੈਂਸੀਆਂ ਭਰਨ ਦਾ ਐਲਾਨ 35,000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਔਰ ਸਾਬਕਾ MLA ਤੋਂ ਜਿਹੜੀਆਂ ਪੈਨਸ਼ਨਾਂ ਦਾ ਬੰਦ ਕਰਨਾ ਔਰ ਉਹਨਾਂ ਦੇ ਗਨਮੈਨ ਵਾਪਸ ਕਰਨਾ ਔਰ ਐਸੇ ਇਤਿਹਾਸਕ ਫੈਸਲੇ ਹੋਏ ਨੇ। ਔਰ ਪਹਿਲਾਂ ਦਿੱਲੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਮੁੱਖ ਮੰਤਰੀ ਸੀਗੇ, ਉਹਨਾਂ ਨੇ ਫੂਡ ਸਪਲਾਈ ਮੰਤਰੀ ਨੂੰ ਜਿਨ੍ਹਾਂ ਨੇ ਕਰਪਸ਼ਨ ਕਰੀ ਤੇ ਉਹਨੂੰ ਉਸੇ ਟਾਈਮ ਸਸਪੈਂਡ ਕਰਕੇ ਉਸੇ ਟਾਈਮ ਜੇਲ੍ਹ ਭੇਜਿਆ ਤੇ ਇਹ ਜੇ ਦੂਜੀ ਵਾਰੀ ਆ ਇੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਨੌਲੇਜ ਆਇਆ ਵੀ ਕਰਪਸ਼ਨ ਦਾ ਮਾਮਲਾ, ਉਹਨਾਂ ਨੇ ਸਿਹਤ ਮੰਤਰੀ ਨੂੰ ਉਸੇ ਟਾਈਮ ਸਸਪੈਂਡ ਕਰਕੇ ਜੇਲ੍ਹ ਭੇਜਿਆ ਤੇ ਸਰਕਾਰਾਂ ਅੱਜ ਤੱਕ ਆਈਆਂ ਤੇ ਆਪਣੇ ਮੰਤਰੀਆਂ ਨੂੰ ਤਾਂ ਬਚਾਉਂਦੀਆਂ ਸੀਗੀਆਂ ਤੇ ਜਿਹੜੇ ਦੂਜੇ ਮਤਲਬ ਕਿ ਰਲੇ ਮਿਲੇ ਜਿਹੜੇ ਦੂਜੀਆਂ ਮਤਲਬ ਕਿ ਪਾਰਟੀਆਂ ਦੇ ਸੀ ਉਹਨਾਂ ਨੂੰ ਵੀ ਬਚਾਉਂਦੇ ਸੀ। ਪਰ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਜਿਹੜੀ ਕਿਸੇ ਦੀ ਮਤਲਬ ਕਿ ਜਿੱਥੇ ਕਰਪਸ਼ਨ ਦੀ ਗੱਲ ਕਰਦੇ ਆ ਜਾਂ ਕਿਸੇ ਗਲਤ ਕੰਮ ਦੀ ਗੱਲ ਕਰਦੇ ਆ ਤੇ ਉਹਦੇ ਖਿਲਾਫ ਖੜੀ ਆ ਤੇ ਉਹ ਚਾਹੇ ਆਪਣਾ ਵਾ ਚਾਹੇ ਬਗਾਨਾ। पिछले दिन ही ਤੁਹਾਡੇ विपक्षी नेता ਜਿਹੜੇ ਕਿ ਸੱਤਾਧਾਰੀ ਰਹੇ ਸੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਲਟਾ ਸੱਤਾਧਾਰੀਆਂ ਤੇ ਇਸ ਆਰੋਪ ਲਗਾ ਦਿੱਤੇ ਸੀ ਕਿ ਦੇਖੋ ਜੀ ਆ ਜ਼ਮੀਨ ਹੈਗੀ ਹੈ ਇਹ ਫ੍ਰੀ ਦੇ ਭਾਅ ਦੇ ਦਿੱਤੀ ਗਈ ਹੈ, ਬੜੀ ਵੱਡੀ ਕਰਪਸ਼ਨ ਹੋ ਗਈ ਹੈ। ਗਲਾਡਾ ਤੇ ਵੀ ਉਹਨਾਂ ਨੇ ਆਰੋਪ ਲਗਾ ਦਿੱਤੇ ਸੀ, ਉਹਦੇ ਵਿੱਚ ਕੀ ਸੱਚਾਈ ਸੀ? ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਉਹ ਸੱਜਣ ਨੇ ਜਿਹੜੇ ਲਾਇਆ ਵਾ ਉਹ 2019 ਦੇ ਵਿੱਚ ਉਹਦਾ ਮਤਲਬ ਕਿ ਸਾਰਾ ਕੁਝ 2019 ਦੇ ਵਿੱਚ ਉਹਨੇ ਕਰਾ ਚੁੱਕਿਆ ਵਾ ਔਰ ਸਭ ਕੁਝ ਉਹਦੇ ਹੁੰਦੇ ਉਹਦੀਆਂ ਅੱਖਾਂ ਦੇ ਬਲਕਿ ਥੱਲੇ ਉੱਤੇ ਉਹਦੇ ਸਾਹਮਣੇ ਹੋਇਆ ਵਾ। ਪਰ ਉਹ ਜਾਣਬੁੱਝ ਕੇ ਕਿਉਂਕਿ ਉਹ ਜਿਹੜੀ ਅੱਟੀ ਸੱਟੀ ਸੀ ਉਹ ਟੁੱਟ ਗਈ ਸਰਕਾਰ ਤੋਂ ਬਾਅਦ ਤੇ ਇਸ ਕਰਕੇ ਉਹਨੂੰ ਤੜਫਣਾ ਲੱਗ ਗਈ, ਕਰਾਇਆ ਉਹਨੇ ਸਾਰਾ ਕੁਝ ਛਾਪ। ਦਿਨ ਪਹਿਲਾਂ ਤੁਹਾਨੂੰ ਮੋਤੀ ਨਗਰ ਦੇ ਇਲਾਕਾ ਵਾਸੀਆਂ ਨੇ ਬੁਲਾਇਆ ਸੀਗਾ ਕਿ ਉੱਥੇ ਸਾਹਮਣੇ ਕਮਿਊਨਿਟੀ ਸੈਂਟਰ ਸੀਗਾ, ਕਲੱਬ ਸੀਗਾ ਇੱਕ ਤਰ੍ਹਾਂ ਦਾ ਔਰ ਉਹਦੇ ਵਿੱਚ ਉਹਨਾਂ ਨੇ ਆਰੋਪ ਲਗਾਏ ਸੀ ਕਿ ਗਲਤ ਤਰੀਕੇ ਦੀ ਕਾਰਵਾਈਆਂ ਹੁੰਦੀਆਂ ਔਰ ਰਾਤ ਵੇਲੇ ਕਵੇਲੇ ਰਿਹਾਇਸ਼ੀ ਇਲਾਕੇ ਦੇ ਵਿੱਚ ਔਰ ਪਲੱਸ ਸਰਕਾਰੀ ਬਿਲਡਿੰਗ ਨੂੰ ਤਰੀਕੇ ਨਾਲ ਪਤਾ ਨਹੀਂ ਸਿਸਟਮ ਬਣਾ ਕੇ ਕਿੱਦਾਂ ਜਿਹੜਾ ਬੋਲੀ ਵੀ ਕਰਾਈ ਗਈ ਬਿੱਡ ਵੀ ਕਰਾਈ ਗਈ, ਕੀ ਉਹ ਜਾਇਜ਼ ਹੈ? ਬਿਲਕੁਲ ਲੋਕਾਂ ਦਾ ਜਿਹੜਾ ਮਤਲਬ ਕਿ ਇਲਜ਼ਾਮ ਆ ਬਿਲਕੁਲ ਸਹੀ ਹੈ ਤੇ ਉਹਦੇ ਵਾਸਤੇ ਸਾਰੀ ਕਾਰਵਾਈ ਚੱਲ ਰਹੀ ਆ ਤੇ ਉਹਦੇ ਵਾਸਤੇ ਜੋ ਮਤਲਬ ਕਿ ਕਿਉਂਕਿ ਲੋਕਾਂ ਦੀ ਆਮ ਆਦਮੀ ਸਰਕਾਰ ਆ ਤੇ ਆਮ ਆਦਮੀ ਦੀ ਚੁਣੀ ਹੋਈ ਸਰਕਾਰ ਆ ਤੇ ਜੋ ਲੋਕ ਚਾਹਣਗੇ ਉਹ ਹੋਊਗਾ। ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ MP ਬਣੇ ਆ ਆਮ ਆਦਮੀ ਪਾਰਟੀ ਵੱਲੋਂ ਸੰਜੀਵ ਅਰੋੜਾ ਜੀ, ਉਹਨਾਂ ਨੇ ਇੰਡਸਟਰੀ ਦੀ ਲੈਂਡ ਤੇ ਜਿਹੜੀ ਕਿ ਅਲਾਟ ਹੋਈ ਸੀ ਇੰਡਸਟਰੀ ਲਗਾਉਣ ਲਈ, ਉਹਦੇ ਵਿੱਚ ਰੋਜ਼ਗਾਰ ਪੈਦਾ ਕਰਨ ਲਈ, ਉਹਦੇ ਤੇ 40 ਏਕੜ ਲੈਂਡ ਨੂੰ ਨਾ ਸਿਰਫ ਕੱਟ ਕੇ ਪਲਾਟ ਵੇਚ ਦਿੱਤੇ ਬਲਕਿ ਉਹਦੇ ਤੇ 2000 ਤੋਂ ਉੱਪਰ ਫਲੈਟ ਬਣਾ ਲਏ। ਕਈ ਕੰਪਨੀਆਂ ਨੂੰ ਕਿਰਾਏ ਤੇ ਚੜ੍ਹਾ ਕੇ ਮੋਟਾ ਮੁਨਾਫਾਖੋਰੀ ਕੀਤੀ ਜਾ ਰਹੀ ਹੈ। ਇਹਦੇ ਬਾਰੇ ਤੁਸੀਂ ਲੋਕੀ ਕੋਈ ਨਹੀਂ ਬੋਲ ਰਹੇ, ਇਹਦੇ ਬਾਰੇ ਸਾਰੇ ਲੁਧਿਆਣੇ ਦੇ MLA ਚੁੱਪ ਕਰਕੇ ਬੈਠੇ। ਕਿ ਜਿਹੜਾ ਐਡਾ ਵੱਡਾ MP ਖੁਦ ਆਰੋਪ ਲਗਾ ਰਿਹਾ ਕਾਰੋਬਾਰੀ ਕਿ 10,000 ਕਰੋੜ ਰੁਪਏ ਦਾ ਉਹਨਾਂ ਨੇ ਇਸ ਚੱਕਰ ਦੇ ਵਿੱਚ ਉੱਪਰ ਥੱਲੇ ਕਰ ਦਿੱਤੀ, ਹੇਰ ਫੇਰ ਕਰ ਦਿੱਤੀ ਹੈ। ਪਰ ਕੀ ਇਹ ਛੋਟੀ ਜਿਹੀ ਅਮਾਊਂਟ ਹੈ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਾਡੀ ਸਰਕਾਰ 'ਚ ਨਹੀਂ ਹੋਇਆ, ਇਹ ਬਿਲਕੁਲ ਹੋਇਆ ਨਹੀਂ, ਤਾਂ ਹੀ ਤਾਂ ਤੁਹਾਨੂੰ ਲੋਕਾਂ ਨੇ ਚੁਣਿਆ ਕਿਉਂਕਿ ਜੇ ਤੁਹਾਡੀ ਸਰਕਾਰ 'ਚ ਬਹੁਤ ਕੁਝ ਨਹੀਂ ਹੋਇਆ, ਬਹੁਤ ਕੁਝ ਉਹਨਾਂ ਦੀ ਸਰਕਾਰਾਂ 'ਚ ਹੋਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਹੀ ਕਰਨ ਲਈ ਲਿਆਇਆ ਨੂੰ ਰਾਜ ਸਭਾ MP ਬਣਾਤਾ, ਆਪਣੀ ਸਰਕਾਰ ਦਾ ਸਿਰਮੌਰ ਬਣਾ ਦਿਆ। ਮੇਰੇ ਖਿਆਲ ਆ ਵੀ ਉਹਦੇ 'ਚ ਭਾਈਵਾਲ ਨਹੀਂ ਹੈਗਾ ਜੋ ਮੈਨੂੰ ਪਤਾ ਲੱਗਿਆ। ਸਰ ਕਨਫਰਮ ਹੈ ਰਿਤੇਸ਼ ਇੰਡਸਟਰੀਜ਼ ਦੇ ਨਾਮ ਤੇ ਉਹ ਪਲਾਟ ਅਲਾਟ ਹੋਇਆ ਔਰ ਰਿਤੇਸ਼ ਇੰਡਸਟਰੀਜ਼ ਦੇ ਜਿਹੜੇ MD ਹੈਗੇ ਉਹ ਉਹੀ ਹੈਗੇ ਆ, ਇਸ ਚੀਜ਼ ਦੀ ਅਸ਼ੋਰੈਂਸ ਅਸੀਂ ਕਹਿੰਦਾ ਵੀ ਸਾਡੀ ਪਾਰਟੀ ਨੇ ਆਪਣਾ ਜਿਹੜਾ ਮੰਤਰੀ ਸੀਗਾ ਪਾਰਟੀ ਦਾ ਜੇ ਉਹਨੇ ਗਲਤ ਕੀਤਾ ਕਰਪਸ਼ਨ ਕੀਤੀ ਉਹ ਨਹੀਂ ਬਖਸ਼ਿਆ, ਉਹਨੂੰ ਜੇਲ੍ਹ ਭੇਜਿਆ ਗਿਆ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਗਈ ਆ ਤੇ ਔਰ ਜਿਹੜਾ ਵੀ ਗਲਤ ਕਰੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ।
ਨਮਸਕਾਰ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਦੋਸਤੋ, ਲਗਭਗ 90 ਦਿਨ ਹੋਣ ਵਾਲੇ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਤੇ ਜਿੱਥੇ ਸਾਡੇ ਵੱਖ-ਵੱਖ ਐਮਐਲਏ ਸਾਹਿਬਾਨ ਪੂਰੇ ਇੱਕਦਮ ਐਕਟਿਵ ਨਜ਼ਰ ਆ ਰਹੇ ਹੈ ਔਰ ਲਗਾਤਾਰ ਆਪਣੇ ਏਰੀਏਜ਼ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਲੋਕਾਂ ਦੇ ਵਿੱਚ ਜਾ ਕੇ ਵਿਚਰ ਰਹੇ ਹੈ, ਮੀਟਿੰਗਾਂ ਕਰ ਰਹੇ ਹੈ। ਸੋ ਉੱਥੇ ਹੀ ਅੱਜ ਅਸੀਂ ਪਹੁੰਚੇ ਹਾਂ ਹਲਕਾ ਪੂਰਬੀ ਦੇ, ਜੀ ਹਾਂ, ਹਲਕਾ ਪੂਰਬੀ ਦੇ ਵਿਧਾਇਕ ਜਿਹੜੇ ਹੈਗੇ ਆ ਭੋਲਾ ਗਰੇਵਾਲ ਜੀ ਗੱਲ। ਸੋ ਜਾਣਦੇ ਆ ਕਿ ਕਿੱਦਾਂ ਦਾ ਤਜਰਬਾ ਰਿਹਾ। 90 ਦਿਨ ਲਗਭਗ ਹੋਣ ਵਾਲੇ ਹੈ ਔਰ ਹੁਣ ਤਾਂ ਸਰਕਾਰ ਵੱਲੋਂ ਆਪਣੀ ਹੀ ਕੈਬਨਿਟ ਦੇ ਇੱਕ ਮੰਤਰੀ ਨੂੰ ਵੀ ਦੋਸ਼ੀ ਕਰਾਰ ਦੇ ਕੇ ਉਹਨੂੰ ਜਿਹੜਾ ਬਾਹਰ ਕੱਢ ਦਿੱਤਾ ਗਿਆ, FIR ਕਰਾ ਦਿੱਤੀ ਗਈ ਹੈ, ਰਿਮਾਂਡ ਲੈ ਲਿੱਤਾ ਗਿਆ। ਸੋ ਇਹ ਸਾਰਿਆਂ ਦੇ ਨਾਲ ਕਿੱਦਾਂ ਦਾ ਮੈਸੇਜ ਜਾ ਰਿਹਾ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ ਸਾਰਿਆਂ ਨੂੰ। ਜੀ ਸਰ, ਕੀ ਕਹਿਣਾ ਚਾਹੋਗੇ, ਤਜਰਬਾ ਕਿੱਦਾਂ ਦਾ ਰਿਹਾ? 90 ਦਿਨ ਹੋ ਗਏ ਹੈ ਲਗਭਗ ਤੁਹਾਡੀ ਸਰਕਾਰ ਨੂੰ, ਸੋ ਕੀ ਤਜਰਬਾ ਰਿਹਾ ਅਜੇ ਤੱਕ ਦਾ? ਬਹੁਤ ਵਧੀਆ ਜੀ ਸਾਡੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ। ਜੀ ਲੋਕਾਂ ਨੇ ਇੱਕ ਇਤਿਹਾਸ ਰਚਿਆ ਹੈ। ਪਹਿਲਾਂ ਦਿੱਲੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਸਾਡੇ ਮੁਖੀ ਨੇ ਆਮ ਆਦਮੀ ਪਾਰਟੀ ਦੇ, ਜੀ ਔਰ ਜਿਨ੍ਹਾਂ ਨੂੰ CM ਬਣਾ ਕੇ ਦਿੱਲੀ ਵਾਸੀਆਂ ਨੇ ਤੀਜੀ ਵਾਰੀ ਇੱਕ ਇਤਿਹਾਸ ਰਚਿਆ। ਤੇ ਅੱਜ ਆਮ ਆਦਮੀ ਪਾਰਟੀ ਦੇ ਇੱਥੇ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਪੰਜਾਬ ਵਾਸੀਆਂ ਨੇ ਇਤਿਹਾਸ ਰਚਿਆ। ਤੇ ਔਰ ਜਿੱਥੇ ਪੰਜਾਬ ਵਾਸੀਆਂ ਨੇ ਇਤਿਹਾਸ ਰਚਿਆ, ਉੱਥੇ ਆਮ ਆਦਮੀ ਪਾਰਟੀ ਵੀ ਇਤਿਹਾਸ ਰਚ ਰਹੀ ਹੈ। ਜੀ ਔਰ ਤੁਸੀਂ ਦੇਖਿਆ ਹੋਣਾ ਵੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ, ਜੀ 2-2 3-3 ਸਾਲ ਇਹੀ ਰੌਲਾ ਹੁੰਦਾ ਵੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਪਰ ਆਮ ਆਦਮੀ ਪਾਰਟੀ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ, ਔਰ ਜਿਨ੍ਹਾਂ ਨੇ ਪਹਿਲੇ ਦਿਨ ਖਟਕੜ ਕਲਾਂ ਸ਼ਹੀਦਾਂ ਦੇ ਜਗ੍ਹਾ ਤੇ ਜਾ ਕੇ ਸਹੁੰ ਚੱਕੇ, ਉਸ ਦਿਨ ਤੋਂ ਕੰਮ ਸ਼ੁਰੂ ਕਰਤੇ। 25,000 ਨਵੀਂ ਨੌਕਰੀ ਦਾ ਐਲਾਨ, 26,400 ਜਿਹੜੀ ਖਾਲੀ ਪਈ ਵੈਕੈਂਸੀਆਂ ਭਰਨ ਦਾ ਐਲਾਨ, 35,000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ, ਔਰ ਸਾਬਕਾ MLA ਤੋਂ ਜਿਹੜੀਆਂ ਪੈਨਸ਼ਨਾਂ ਦਾ ਬੰਦ ਕਰਨਾ ਔਰ ਉਹਨਾਂ ਦੇ ਗਨਮੈਨ ਵਾਪਸ ਕਰਨਾ, ਔਰ ਐਸੇ ਇਤਿਹਾਸਕ ਫੈਸਲੇ ਹੋਏ ਨੇ। ਔਰ ਅੱਜ ਲੋਕ ਵੀ ਕਹਿਣ ਲੱਗੇ ਵੀ ਇੱਕ ਇਮਾਨਦਾਰ ਸਰਕਾਰ ਆਈ ਆ, ਨੀਤੀ ਤੇ ਨੀਅਤ ਸਾਫ਼ ਵਾਲੀ ਸਰਕਾਰ ਆਈ ਹੈ। ਤੇ ਔਰ ਜੋ ਅਸੀਂ ਚਾਹੁੰਦੇ ਸੀ ਉਹ ਹੋਇਆ ਵਾ। ਸਰ, ਤੁਹਾਡੀ ਸਰਕਾਰ ਨੇ ਇੱਕ ਇਤਿਹਾਸ ਅਸੀਂ ਵੀ ਮੰਨਦੇ ਹਾਂ ਕਿ ਰਚਿਆ ਹੈ ਕਿ ਵਿਪਕਸ਼ ਦੀ ਭੂਮਿਕਾ ਵੀ ਖੁਦ ਹੀ ਬਣਾ ਲਈ। ਲੋਕ ਕਹਿ ਰਹੇ ਆ ਕਿ ਆਪਣੀ ਹੀ ਸਰਕਾਰ ਦੇ ਕੈਬਨਿਟ ਨੂੰ ਪਹਿਲਾਂ ਫੜਨਾ ਔਰ ਫਿਰ ਉਹਨੂੰ ਬੇਨਕਾਬ ਕਰਨਾ, ਜਨਤਾ ਦੇ ਅੱਗੇ ਚੀਜ਼ ਮੰਨਣੀ ਜਿਹਨੂੰ ਛੁਪਾਇਆ ਵੀ ਜਾ ਸਕਦਾ ਸੀਗਾ। ਪਰ ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਐਸੀ ਸਰਕਾਰ ਹੈ ਜਿਹੜੀ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਸਰਕਾਰ ਆ ਜਿਸ ਸਰਕਾਰ ਦੇ ਵਿੱਚ 2 ਐਪੀਸੋਡ ਹੋਏ ਨੇ। ਜੀ ਔਰ ਪਹਿਲਾਂ ਦਿੱਲੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਮੁੱਖ ਮੰਤਰੀ ਸੀਗੇ, ਉਹਨਾਂ ਨੇ ਫੂਡ ਸਪਲਾਈ ਮੰਤਰੀ ਨੂੰ ਜਿਨ੍ਹਾਂ ਨੇ ਕਰਪਸ਼ਨ ਕਰੀ ਤੇ ਉਹਨੂੰ ਉਸੇ ਟਾਈਮ ਸਸਪੈਂਡ ਕਰਕੇ ਉਸੇ ਟਾਈਮ ਜੇਲ੍ਹ ਭੇਜਿਆ। ਤੇ ਇਹ ਜੇ ਦੂਜੀ ਵਾਰੀ ਆ ਇੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ, ਉਹਨਾਂ ਦੀ ਨੌਲੇਜ ਆਇਆ ਵੀ ਕਰਪਸ਼ਨ ਦਾ ਮਾਮਲਾ, ਉਹਨਾਂ ਨੇ ਸਿਹਤ ਮੰਤਰੀ ਨੂੰ ਉਸੇ ਟਾਈਮ ਸਸਪੈਂਡ ਕਰਕੇ ਜੇਲ੍ਹ ਭੇਜਿਆ। ਤੇ ਭਾਰਤ ਦੇ ਵਿੱਚ ਅੱਜ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਨੇ, ਇੱਕ ਵੀ ਮਿਸਾਲ ਨਹੀਂ ਐਸੀ ਔਰ ਜਿਹੜੀ ਆਪਣੀ ਸਰਕਾਰ ਦੇ ਕਰਪਟ ਮੰਤਰੀ ਨੂੰ ਆਪ ਹੀ ਉਹਨੇ ਭੇਜਿਆ ਹੋਵੇ। ਔਰ ਇਸ 'ਤੇ ਲੋਕ ਅੱਜ ਇੰਨੇ ਖੁਸ਼ ਨੇ ਔਰ ਲੋਕ ਸਮਝ ਚੁੱਕੇ ਨੇ ਵੀ ਇੱਕ ਇਮਾਨਦਾਰ ਸਰਕਾਰ ਆਈ ਆ। ਔਰ ਐਸਾ ਐਪੀਸੋਡ ਕਦੇ ਵੀ ਨਹੀਂ ਹੋਇਆ। ਔਰ ਹਮੇਸ਼ਾ ਕੀ ਹੁੰਦਾ ਹੈ, ਜਿੰਨੀਆਂ ਸਰਕਾਰਾਂ ਅੱਜ ਤੱਕ ਆਈਆਂ ਤੇ ਆਪਣੇ ਮੰਤਰੀਆਂ ਨੂੰ ਤਾਂ ਬਚਾਉਂਦੀਆਂ ਸੀਗੀਆਂ, ਤੇ ਜਿਹੜੇ ਦੂਜੇ ਮਤਲਬ ਕਿ ਰਲੇ ਮਿਲੇ ਜਿਹੜੇ ਦੂਜੀਆਂ ਮਤਲਬ ਕਿ ਪਾਰਟੀਆਂ ਦੇ ਸੀ ਉਹਨਾਂ ਨੂੰ ਵੀ ਬਚਾਉਂਦੇ ਸੀ। ਪਰ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਜਿਹੜੀ ਕਿਸੇ ਦੀ ਮਤਲਬ ਕਿ ਜਿੱਥੇ ਕਰਪਸ਼ਨ ਦੀ ਗੱਲ ਕਰਦੇ ਆ ਜਾਂ ਕਿਸੇ ਗਲਤ ਕੰਮ ਦੀ ਗੱਲ ਕਰਦੇ ਆ ਤੇ ਉਹਦੇ ਖਿਲਾਫ ਖੜੀ ਆ, ਤੇ ਉਹ ਚਾਹੇ ਆਪਣਾ ਵਾ ਚਾਹੇ ਬਗਾਨਾ ਵਾ। ਗਰੇਵਾਲ ਜੀ, ਮੁੱਖ ਮੰਤਰੀ ਸਾਹਿਬ ਨੇ ਪਹਿਲ ਕਰਤੀ ਹੈ। ਜਦੋਂ ਇਲੈਕਸ਼ਨ ਲੜ ਰਹੇ ਸੀ, ਵਾਅਦੇ ਤੁਸੀਂ ਵੀ ਬੜੇ ਕੀਤੇ ਸੀ ਕਿ ਵਿਰੋਧੀਆਂ ਨੇ ਬੜੀ ਕਰਪਸ਼ਨਾਂ ਕੀਤੀਆਂ, ਬੜੇ ਕੁਤਾਹੀਆਂ ਕੀਤੀਆਂ, ਨਿਯਮਾਂ ਦੀ ਬੜੀਆਂ ਉਲੰਘਣਾ ਕੀਤੀਆਂ। ਸੋ ਹੁਣ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਫੋਲੋ ਕਰਦੇ ਹੋਏ ਕੀ ਉਹ ਉਜਾਗਰ ਕਰਾਂਗੇ, ਜਾਂ ਹੁਣ ਆਪਾਂ ਆਪਣਾ ਸੀਟ ਤੇ ਬੈਠ ਗਏ ਤੇ ਚਲੋ ਜੀ ਉਹ ਤਾਂ ਹੁਣ ਪੁਰਾਣੀਆਂ ਸਰਕਾਰਾਂ, ਜਿਵੇਂ ਬਾਕੀ MLA ਤੁਹਾਡੇ ਸਾਹਿਬਾਨ ਕਹਿਣੇ ਸ਼ੁਰੂ ਹੋ ਗਏ ਕਿ ਯਾਰ ਜੀ ਉਹ ਤਾਂ ਪੁਰਾਣੇ ਲੋਕਾਂ ਨੇ ਕਰਤਾ, ਹੁਣ ਅਸੀਂ ਜਨਤਾ ਦਾ ਪੈਸਾ ਬਰਬਾਦ ਥੋੜ੍ਹੀ ਕਰਨਾ, ਉਹ ਤਾਂ ਹੋ ਗਿਆ, ਹੁਣ ਅੱਗੇ ਤੋਂ ਨਹੀਂ ਨਾ ਕਰਨ ਦਿੰਦੇ? ਬਿਲਕੁਲ ਜਿਸ ਨੇ ਪਿੱਛੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਪਿਛਲੇ ਸਮੇਂ 'ਚ ਜਿਹਨੇ ਕੁਤਾਹੀ ਕੀਤੀ ਹੈ ਔਰ ਜਿਹਨੇ ਮਤਲਬ ਕਿ ਲੋਕਾਂ ਦਾ ਜਿਹੜਾ ਖਜ਼ਾਨਾ ਸੀਗਾ, ਜਿਹੜਾ ਮਤਲਬ ਕਿ ਰੈਵਨਿਊ ਸੀ ਸਰਕਾਰ ਦਾ, ਉਹ ਜਿਹੜਾ ਵੇਸਟ ਕੀਤਾ ਜਾਂ ਮਤਲਬ ਕਿ ਉਹ ਹੜੱਪਿਆ ਵਾ, ਤੇ ਉਹ ਆਉਣ ਦੇ ਸਮਾਂ ਆ ਰਿਹਾ ਵਾ, ਉਹ ਮਤਲਬ ਕਿ ਬਿਲਕੁਲ ਉਜਾਗਰ ਕੀਤਾ ਜਾਊ ਤੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਊ, ਤੇ ਉਹ ਜਿਹੜਾ ਹੜੱਪਿਆ ਜਿਹੜਾ ਖਜ਼ਾਨਾ ਉਹ ਵਾਪਸ ਲਿਆ ਕੇ ਲੋਕਾਂ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਊ ਤੇ ਲੋਕਾਂ ਦੇ ਕੰਮਾਂ ਵਾਸਤੇ ਕਰਾਇਆ ਜਾਊਗਾ। ਔਰ ਇਹ ਨਹੀਂ ਵੀ ਅਸੀਂ ਮਤਲਬ ਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਆਈਡੀਓਲੋਜੀ ਆ ਉਹ ਮਤਲਬ ਕਿ ਬਦਲੇਖੋਰੀ ਦੀ ਨਹੀਂ ਹੈਗੀ, ਪਰ ਜਿਹਨੇ ਗਲਤ ਕੀਤਾ ਤੇ ਉਹਨੂੰ ਛੱਡਿਆ ਨਹੀਂ ਜਾਊਗਾ।
ਪਿਛਲੇ ਦਿਨੀ ਤੁਹਾਡੇ ਵਿਪਕਸ਼ੀ ਨੇਤਾ ਜਿਹੜੇ ਕਿ ਸੱਤਾਧਾਰੀ ਰਹੇ ਸੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਲਟਾ ਸੱਤਾਧਾਰੀਆਂ ਤੇ ਇਸ ਆਰੋਪ ਲਗਾ ਦਿੱਤੇ ਸੀ ਕਿ ਦੇਖੋ ਜੀ ਆ ਜ਼ਮੀਨ ਹੈਗੀ ਹੈ ਫ੍ਰੀ ਦੇ ਭਾਅ ਦੇ ਦਿੱਤੀ ਗਈ ਆ, ਬੜੀ ਵੱਡੀ ਕਰਪਸ਼ਨ ਹੋ ਗਈ ਹੈ। ਗਲਾਡਾ ਤੇ ਵੀ ਉਹਨਾਂ ਨੇ ਆਰੋਪ ਲਗਾ ਦਿੱਤੇ ਸੀ, ਉਹਦੇ ਵਿੱਚ ਕੀ ਸੱਚਾਈ ਸੀ? ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੇ ਉਹ ਸੱਜਣ ਨੇ ਜਿਹੜੇ ਲਾਇਆ ਵਾ ਉਹ 2019 ਦੇ ਵਿੱਚ 2019 ਦੇ ਵਿੱਚ ਉਹਦਾ ਮਤਲਬ ਕਿ ਸਾਰਾ ਕੁਝ 2019 ਦੇ ਵਿੱਚ ਉਹਨੇ ਕਰਾ ਚੁੱਕਿਆ ਵਾ, ਔਰ ਸਭ ਕੁਝ ਉਹਦੇ ਹੁੰਦੇ ਉਹਦੀਆਂ ਅੱਖਾਂ ਦੇ ਬਲਕਿ ਥੱਲੇ ਉੱਤੇ ਉਹਦੇ ਸਾਹਮਣੇ ਹੋਇਆ ਵਾ। ਪਰ ਉਹ ਜਾਣਬੁੱਝ ਕੇ, ਕਿਉਂਕਿ ਉਹ ਜਿਹੜੀ ਅੱਟੀ ਸੱਟੀ ਸੀ ਉਹ ਟੁੱਟ ਗਈ ਸਰਕਾਰ ਤੋਂ ਬਾਅਦ, ਤੇ ਇਸ ਕਰਕੇ ਉਹਨੂੰ ਤੜਫਣਾ ਲੱਗ ਗਈ। ਕਰਾਇਆ ਉਹਨੇ ਸਾਰਾ ਕੁਝ ਛਾਪ ਜੀ, ਤੇ ਉਹ ਸੋਚਦਾ ਸੀਗਾ ਬਲਕਿ ਜਿਹੜਾ ਹਿੱਸਾ ਨਹੀਂ ਮਿਲਿਆ, ਇਸ ਕਰਕੇ ਉਹ ਅੱਜ ਇਲਜ਼ਾਮ ਸੱਤਾ ਬਦਲਦੇ ਹੀ ਜਦੋਂ ਲੋਕ ਮੁਕਰ ਗਏ ਤੇ ਹੁਣ ਤੇ ਉਹ ਇਸ ਕਰਕੇ ਉਹ ਇਲਜ਼ਾਮ ਲਾਉਣ ਲੱਗ ਗਿਆ। ਉਹ ਮਤਲਬ ਕਿ ਔਨ ਰਿਕਾਰਡ ਆ, ਕੋਈ ਮਤਲਬ ਕਿ ਮੇਰੇ ਸਮੇਂ ਨਹੀਂ ਹੋਇਆ ਤੇ ਉਹਦੇ ਸਮੇਂ ਔਨ ਰਿਕਾਰਡ 2019 ਦੇ ਵਿੱਚ ਜਿਹੜੇ ਮਤਲਬ ਕਿ ਕਾਗਜ਼ ਪੱਤਰ ਜਿਹੜੇ ਸਾਈਨ ਹੋਏ ਨੇ, ਜਿਹੜੀ ਜੋ ਵੀ ਮਤਲਬ ਕਿ ਸਾਰਾ ਕੁਝ ਔਨ ਰਿਕਾਰਡ 2019 ਦੇ ਵਿੱਚ ਉਹਦੇ ਸਮੇਂ ਹੋਇਆ। ਤੁਹਾਨੂੰ ਮੈਨੂੰ ਯਾਦ ਹੈ ਥੋੜੇ ਦਿਨ ਪਹਿਲਾਂ ਤੁਹਾਨੂੰ ਮੋਤੀ ਨਗਰ ਦੇ ਇਲਾਕਾ ਵਾਸੀਆਂ ਨੇ ਬੁਲਾਇਆ ਸੀਗਾ ਕਿ ਉੱਥੇ ਸਾਹਮਣੇ ਕਮਿਊਨਿਟੀ ਸੈਂਟਰ ਸੀਗਾ, ਕਲੱਬ ਸੀਗਾ ਇੱਕ ਤਰ੍ਹਾਂ ਦਾ, ਔਰ ਉਹਦੇ ਵਿੱਚ ਉਹਨਾਂ ਨੇ ਆਰੋਪ ਲਗਾਏ ਸੀ ਕਿ ਗਲਤ ਤਰੀਕੇ ਦੀ ਕਾਰਵਾਈਆਂ ਹੁੰਦੀਆਂ ਔਰ ਰਾਤ ਵੇਲੇ ਕਵੇਲੇ ਰਿਹਾਇਸ਼ੀ ਇਲਾਕੇ ਦੇ ਵਿੱਚ, ਔਰ ਪਲੱਸ ਸਰਕਾਰੀ ਬਿਲਡਿੰਗ ਨੂੰ ਤਰੀਕੇ ਨਾਲ ਪਤਾ ਨਹੀਂ ਸਿਸਟਮ ਬਣਾ ਕੇ ਕਿੱਦਾਂ ਜਿਹੜਾ ਬੋਲੀ ਵੀ ਕਰਾਈ ਗਈ, ਬਿੱਡ ਵੀ ਕਰਾਈ ਗਈ। ਕੀ ਉਹ ਜਾਇਜ਼ ਹੈ ਜਾਂ ਉਹਦੇ ਵਿੱਚ ਵੀ ਕੁਝ ਵਾਇਲੇਸ਼ਨ ਹੈਗੀ ਹੈ? ਬਿਲਕੁਲ ਲੋਕਾਂ ਦਾ ਜਿਹੜਾ ਮਤਲਬ ਕਿ ਇਲਜ਼ਾਮ ਆ ਬਿਲਕੁਲ ਸਹੀ ਹੈ, ਤੇ ਉਹਦੇ ਵਾਸਤੇ ਸਾਰੀ ਕਾਰਵਾਈ ਚੱਲ ਰਹੀ ਆ, ਤੇ ਉਹਦੇ ਵਾਸਤੇ ਜੋ ਮਤਲਬ ਕਿ ਕਿਉਂਕਿ ਲੋਕਾਂ ਦੀ ਆਮ ਆਦਮੀ ਸਰਕਾਰ ਆ ਤੇ ਆਮ ਆਦਮੀ ਦੀ ਚੁਣੀ ਹੋਈ ਸਰਕਾਰ ਆ, ਤੇ ਜੋ ਲੋਕ ਚਾਹੁਣਗੇ ਉਹ ਹੋਊਗਾ। ਔਰ ਉਹਦੇ ਵਾਸਤੇ ਜਿੱਥੇ ਵੀ ਮਤਲਬ ਕਿ ਕੁਤਾਹੀ ਹੋਈ ਆ ਤੇ ਉਹਦਾ ਜਿਹੜਾ ਹੱਲ ਹੋਊਗਾ, ਕਿਉਂਕਿ ਪਿਛਲੇ ਸਮੇਂ ਉਹ ਜਿਹੜਾ ਟੈਂਡਰ ਦਿੱਤਾ ਗਿਆ ਜਾਂ ਜਿਵੇਂ ਵੀ ਕੀਤਾ ਗਿਆ ਤੇ ਉਹਦਾ ਵੀ ਸੁਧਾਰ ਹੋਊਗਾ। ਉਹਦੇ ਵਾਸਤੇ ਬਿਲਕੁਲ ਪ੍ਰੋਸੈਸ ਚੱਲ ਰਿਹਾ ਵਾ, ਤੇ ਉੱਥੇ ਕੋਈ ਗਲਤ ਕੰਮ ਨਹੀਂ ਹੋਣ ਦਿੱਤਾ ਜਾਊਗਾ। ਔਰ ਕੋਈ ਮਤਲਬ ਕਿ ਲੋਕਾਂ 2026 ਤੱਕ ਸਾਨੂੰ ਲੀਜ਼ ਤੇ ਦਿੱਤਾ ਹੋਇਆ, ਉਹਦਾ ਕੀ ਬਿਲਕੁਲ ਉਹ ਚੱਲ ਰਿਹਾ ਸਾਰਾ। ਉਹ ਰਿਲੀਜ਼ ਐਡਵਾਂਸ ਨਹੀਂ ਹੋ ਸਕਦਾ, ਉਹ ਚੱਲ ਰਿਹਾ, ਉਹਦਾ ਵੀ ਹੱਲ ਹੋਊਗਾ, ਬਿਲਕੁਲ ਹੋਊਗਾ। ਤੇ ਉਹ ਜੋ ਲੋਕਾਂ ਦੇ ਮਤਲਬ ਕਿ ਬਣਦਾ ਹੱਕ ਆ ਉਹ ਦਿੱਤਾ ਜਾਊਗਾ। ਤੇ ਜਿਹੜਾ ਗਲਾਡਾ ਵਰਧਮਾਨ ਦੇ ਸਾਹਮਣੇ ਗਲਾਡਾ ਗਰਾਊਂਡ ਤੇ ਇੱਕ ਬਹੁਤ ਵੱਡਾ ਜ਼ਮੀਨ ਸੀਗੀ, ਜਿਹੜੀ ਪੌਸ਼ ਜ਼ਮੀਨ ਸੀ, ਉਹਨੂੰ ਲੀਜ਼ ਤੇ ਦੇਣ ਦਾ ਕੰਮ ਕੀਤਾ ਗਿਆ ਸੀ। ਕਹਿ ਰਹੇ ਸੀ ਇੱਥੇ ਐਗਜ਼ੀਬਿਸ਼ਨ ਸੈਂਟਰ ਬਣੇਗਾ, ਉਹ ਸਾਰਾ ਬਣੇਗਾ, ਉਹਦਾ ਕੀ ਹੈ? ਜਿਹੜਾ ਉਹਦੇ ਵਾਸਤੇ ਵੀ ਮੈਂ ਲਿਖ ਕੇ ਦੇ ਚੁੱਕਿਆ ਵਾਂ ਜੀ, ਔਰ ਉਹਦੇ ਵਾਸਤੇ ਮਤਲਬ ਕਿ ਸਰਕਾਰ ਨੂੰ ਦੱਸ ਚੁੱਕਿਆ ਉਹਦੇ ਬਾਰੇ ਵੀ ਜਿਹੜਾ ਇਹ ਬਿਲਕੁਲ ਗਲਤ ਹੋਇਆ ਵਾ। ਤੇ ਗਲਤ ਕੀ ਹੈ ਉਹਦੇ ਵਿੱਚ ਮਤਲਬ ਕਿ ਲੀਜ਼ ਤੇ ਦਿੱਤਾ ਗਿਆ ਵਾ, ਤੇ ਉਹ ਕਿਸ਼ਤਾਂ 'ਚ ਦਿੱਤਾ ਗਿਆ, ਜਦ ਕਿ ਇੰਨੀਆਂ ਲੰਬੀਆਂ ਕਿਸ਼ਤਾਂ ਕਿਸੇ ਨੇ ਨਹੀਂ ਦੇਣੀਆਂ। ਤੇ ਹਾਲਾਤ ਉਹੀ ਹੋਣੇ, ਜਦੋਂ ਕਬਜ਼ਾ ਹੋ ਗਿਆ ਮੁੜ ਕੇ ਫਿਰ ਤੇ ਉਹ ਕਾਬਜ਼ ਕਰਨੇ, ਉੱਥੇ ਕਾਬਜ਼ ਹੋ ਜਾਣਾ। ਪਰ ਉਹ ਸਰਕਾਰ ਦੀ ਜ਼ਮੀਨ ਸਰਕਾਰ ਦੇ ਹਿਸਾਬ ਨਾਲ ਕੀਤੀ ਜਾਊਗੀ, ਨਾ ਕਿ ਕਿਸੇ ਮਤਲਬ ਕਿ ਵੱਡੇ ਘਰਾਣੇ ਦੇ ਨਾਂ ਤੇ ਕੀਤੀ ਜਾਊਗੀ। ਉਹ ਸਰਕਾਰ ਦੀ ਜ਼ਮੀਨ ਸਰਕਾਰ ਦੇ ਹਿਸਾਬ ਨਾਲ ਚੱਲੂਗੀ ਔਰ ਲੋਕਾਂ ਦੇ ਸਾਹਮਣੇ ਚੱਲੂ। ਪਰ ਜਿਵੇਂ ਉੱਥੇ ਜਿਹੜਾ ਕਹਿ ਰਹੇ ਸੀਗੇ ਕਿ ਐਗਜ਼ੀਬਿਸ਼ਨ ਸੈਂਟਰ ਬੜੀ ਇੱਕ ਡਿਮਾਂਡ ਹੈ, ਇਹਦਾ ਮਤਲਬ ਐਗਜ਼ੀਬਿਸ਼ਨ ਸੈਂਟਰ ਸਾਡਾ ਰੁਕ ਜਾਏਗਾ ਪੰਜਾਬ? ਨਹੀਂ, ਐਗਜ਼ੀਬਿਸ਼ਨ ਸੈਂਟਰ ਬਣੂਗਾ, ਜ਼ਰੂਰ ਬਣੂਗਾ, ਪਰ ਜਿਹੜੇ ਮਤਲਬ ਕਿ ਗਲਤ ਤਰੀਕੇ ਨਾਲ ਨਹੀਂ ਬਣੂਗਾ, ਸਹੀ ਤਰੀਕੇ ਨਾਲ ਬਣੂਗਾ। ਅੱਛਾ, ਮਤਲਬ ਤੁਸੀਂ ਕਿਸੇ ਐਸੋਸੀਏਸ਼ਨ ਦੇ ਨਾਲ ਮਿਲ ਕੇ ਉੱਦਾਂ ਦਾ ਬਣਾਓਗੇ ਕਿ ਸਭ ਦੀ ਜੇਬ ਦੇ ਪਾਕਟ ਨੂੰ ਅਲਾਉ ਕਰੇ, ਜਾਂ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਕਿ ਹੁਣ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਚੜ੍ਹ ਕੇ ਕਿ ਉਹਨਾਂ ਦੇ ਹਿਸਾਬ ਨਾਲ ਬਣੇਗਾ, ਤੇ ਉੱਦਾਂ ਦਾ ਹੀ ਮਤਲਬ ਵੱਡੇ ਹੁਣ ਤੁਸੀਂ ਕਿਸੇ ਹੋਰ ਕਾਰਪੋਰੇਟ ਘਰਾਣੇ ਨਾਲ ਕਰਾ ਲਓਗੇ? ਨਹੀਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਿਸੇ ਵੱਡੇ ਘਰਾਣੇ ਨੂੰ ਫਾਇਦਾ ਨਹੀਂ ਪਹੁੰਚਾਇਆ ਜਾਊਗਾ। ਸਰਕਾਰ ਦਾ ਤੇ ਲੋਕਾਂ ਦਾ ਫਾਇਦਾ ਸੋਚਿਆ ਜਾਊਗਾ। ਉਹਦੇ ਵਾਸਤੇ ਪਾਲਿਸੀ ਬਿਲਕੁਲ ਵਧੀਆ ਢੰਗ ਨਾਲ ਤਿਆਰ ਹੋਊਗੀ। ਉਹ ਪਾਲਿਸੀ ਮੁਤਾਬਕ ਲੋਕਾਂ ਦੀ ਮਤਲਬ ਕਿ ਸੁਝਾਅ ਮੁਤਾਬਕ, ਤੇ ਜੋ ਮਤਲਬ ਕਿ ਜੋ ਮਤਲਬ ਕਿ ਸਰਕਾਰ ਵਾਸਤੇ ਤੇ ਲੋਕਾਂ ਵਾਸਤੇ ਸਹੀ ਹੈ, ਉਸ ਢੰਗ ਨਾਲ ਬਣੂਗਾ। ਸਰ, ਤੁਹਾਨੂੰ ਸਭ ਤੋਂ ਜ਼ਿਆਦਾ ਮੌਕਾ ਮਿਲਿਆ ਜੋ ਅਸੀਂ ਸਮਝਦੇ ਹਾਂ, ਬਿਕੋਜ਼ ਤੁਸੀਂ ਸਨਅਤਕਾਰੀ ਸ਼ਹਿਰ ਦੇ ਉਹ MLA ਸਾਹਿਬਾਨ ਬਣੇ ਹੋ ਜਿਹਦੇ ਕੋਲ ਸਭ ਤੋਂ ਵੱਡਾ ਸਨਅਤਕਾਰੀ ਇਲਾਕਾ ਜਿਹਦੇ ਜੁਡੀਸ਼ਰੀ ਦੇ ਵਿੱਚ ਆਇਆ, ਤੁਹਾਡੇ ਹਲਕੇ ਦੇ ਵਿੱਚ ਆਇਆ। ਸੋ ਅਸੀਂ 2-3 ਚੀਜ਼ਾਂ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦੇ। ਫੋਕਲ ਪੁਆਇੰਟ ਦੇ ਵਿੱਚ ਜਿੱਥੇ ਤੁਹਾਡੇ ਡਾਇੰਗਾਂ ਹੈਗੀਆਂ ਫੇਸ 8 ਦੇ ਵਿੱਚ, ਉੱਥੇ ਕਈ ਜਿਹੜੀਆਂ ਕੰਪਨੀਆਂ ਹੈਗੀਆਂ, ਕਈ ਡਾਇੰਗਾਂ ਹੈਗੀਆਂ, ਉਹ ਸੜਕ ਦੇ ਉੱਪਰ ਸਰੇਆਮ ਤੂੜੀ ਰੱਖ ਕੇ ਆਪਣਾ ਜਿਹੜਾ ਹੈਗਾ ਡਾਇੰਗਾਂ ਚਲਾਉਂਦੇ ਹੈਗੇ, ਔਰ ਲੋਕਾਂ ਨੂੰ ਆਸੇ-ਪਾਸੇ ਵਾਲਿਆਂ ਨੂੰ ਬੜੀ ਪ੍ਰੋਬਲਮ ਹੁੰਦੀ ਹੈ। ਉਹਦੇ ਵਿੱਚ ਪੋਲੂਸ਼ਨ ਕੰਟਰੋਲ ਬੋਰਡ ਵੀ ਕੁਝ ਨਹੀਂ ਕਹਿੰਦਾ। ਜੇ ਲੋਕ ਪਾਰਕ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਲਟਾ ਪੋਲੂਸ਼ਨ ਕੰਟਰੋਲ ਬੋਰਡ ਆ ਕੇ ਕਹਿੰਦਾ ਹੈ ਕਿ ਭਾਈ ਤੁਸੀਂ ਪਰਮਿਸ਼ਨ ਲਿੱਤੀ ਹੈ, ਜਿਹੜਾ ਪਾਰਕ ਕੋਈ ਮੇਨਟੇਨ ਨਹੀਂ ਕਰ ਰਿਹਾ, ਜੇ ਇੱਕ ਕੋਈ ਕਾਰੋਬਾਰੀ ਸਨਅਤਕਾਰੀ ਉਹਨੂੰ ਮੇਨਟੇਨ ਕਰਕੇ ਗ੍ਰੀਨਰੀ ਕਰਨ ਦੀ ਗੱਲ ਕਰਦਾ ਹੈ, ਕਿਉਂਕਿ ਅੱਜ ਹਰ ਪਾਸੇ ਸਾਨੂੰ ਪਤਾ ਹੈ ਫੋਕਲ ਪੁਆਇੰਟ 'ਚ ਤਾਂ ਖਾਸ ਕਰਕੇ ਪੋਲੂਸ਼ਨ ਬਹੁਤ ਜ਼ਿਆਦਾ ਹੈ, ਜੇ ਕਰਨ ਦੀ ਕੋਸ਼ਿਸ਼ ਕਰਦਾ ਉਹ ਉਲਟਾ ਇੱਦਾਂ ਦੀਆਂ ਚੀਜ਼ਾਂ ਨਾਲ ਪ੍ਰਤਾੜਿਤ ਕੀਤਾ ਜਾ ਰਿਹਾ ਹੈ। ਔਰ ਜਿਹੜੀ ਡਾਇੰਗਾਂ ਸਰੇਆਮ ਸੜਕਾਂ ਘੇਰ ਕੇ, ਸਰਕਾਰੀ ਜਗ੍ਹਾ ਘੇਰ ਕੇ ਉੱਥੇ ਜਿਹੜੀ ਤੂੜੀ। ਬਿਲਕੁਲ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ
ਕਿਸੇ ਦੀ ਪਰਸਨਲ ਮਿਲ ਕੇ ਪਾਰਟੀ ਨਹੀਂ, ਆਮ ਆਦਮੀ ਲੋਕਾਂ ਦੀ ਪਾਰਟੀ ਆ। ਔਰ ਜਿੱਥੇ ਵੀ ਮਿਲ ਕੇ ਕਿਤੇ ਗਲਤ ਹੋ ਰਿਹਾ, ਜਿੱਥੇ ਪਤਾ ਲੱਗ ਰਿਹਾ ਤੇ ਉਹ ਹੱਲ ਹੋ ਰਿਹਾ, ਜਿੱਥੇ ਕੋਈ ਕਿਤੇ ਕਬਜ਼ਾ ਸਰਕਾਰੀ ਜ਼ਮੀਨ ਤੇ ਕਰ ਰਿਹਾ ਉਹਦਾ ਵੀ ਮਿਲ ਕੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ। ਔਰ ਐਸਾ ਕਦੇ ਵੀ ਨਹੀਂ ਹੋਣ ਦਿੱਤਾ ਜਾਊ। ਤੇ ਇੱਕ ਮੇਰੇ ਕੱਲ ਹੀ ਤੁਸੀਂ ਜਿਹੜੇ ਪਾਰਕ ਦੀ ਗੱਲ ਕਰਦੇ ਹੋ, ਮੇਰੇ ਕੱਲ ਹੀ ਧਿਆਨ ਦੇ ਵਿੱਚ ਆਇਆ, ਕੱਲ ਉੱਥੇ ਜਿਹੜੇ CACO ਨੂੰ ਉਹਨਾਂ ਨੂੰ ਮਿਲ ਕੇ ਅਫਸਰਾਂ ਨੂੰ ਕਿਹਾ ਗਿਆ ਵੀ ਉਹ ਪਾਰਕ ਮੇਨਟੇਨ ਕਰ ਰਿਹਾ ਤੇ ਲੋਕਾਂ ਵਾਸਤੇ ਕਰ ਰਿਹਾ ਤੇ ਆਪਣੀ ਗ੍ਰੀਨਰੀ ਵਾਸਤੇ ਕਰ ਰਿਹਾ, ਤੇ ਉਹਨਾਂ ਨੇ ਉਸੇ ਟਾਈਮ ਉਹਦੀ ਮਿਲ ਕੇ ਥੱਲੇ ਜੇ ਕੋਈ ਰੋਕ ਲਾਉਂਦਾ ਸੀ ਉਹਦੀ ਹਟਾਈ ਗਈ ਆ। ਤੇ ਔਰ ਐਸਾ ਕੋਈ ਵੀ ਕੰਮ ਆ ਜਿਹੜਾ ਲੋਕਾਂ ਦੇ ਹਿੱਤਾਂ ਦਾ ਉਹ ਪਹਿਲ ਦੇ ਆਧਾਰ ਤੇ ਹੋਊਗਾ, ਜਿਹੜਾ ਲੋਕਾਂ ਦੇ ਖਿਲਾਫ ਆ ਤੇ ਉਹਦੇ ਕਾਰਵਾਈ ਹੋਊਗੀ। ਜੀ ਸਰ, ਲੋਕ ਵਿਪਕਸ਼ ਆਰੋਪ ਲਗਾ ਰਿਹਾ ਕਿ ਜਿਹੜੇ ਆਪਣੇ ਹੈਲਥ ਮਿਨਿਸਟਰ ਸੀਗੇ, ਸਵਾਸਥ ਮੰਤਰੀ ਸਿੰਗਲਾ ਸਾਹਿਬ, ਉਹ ਬੜੀ ਇੱਕ ਛੋਟੀ ਜਿਹੀ ਮਛਲੀ ਸੀਗੇ ਤੇ ਉਹਨਾਂ ਨੂੰ ਫੜ ਕੇ ਇਹਨਾਂ ਨੇ ਆਪਣੀ ਪਿੱਠ ਥਪਥਪਾ ਲਈ, ਜਦ ਕਿ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਖੁਦ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ MP ਬਣੇ ਆ ਆਮ ਆਦਮੀ ਪਾਰਟੀ ਵੱਲੋਂ, ਸੰਜੀਵ ਅਰੋੜਾ ਜੀ, ਉਹਨਾਂ ਨੇ ਇੰਡਸਟਰੀ ਦੀ ਲੈਂਡ ਤੇ ਜਿਹੜੀ ਕਿ ਅਲਾਟ ਹੋਈ ਸੀ ਇੰਡਸਟਰੀ ਲਗਾਉਣ ਲਈ, ਉਹਦੇ ਵਿੱਚ ਰੋਜ਼ਗਾਰ ਪੈਦਾ ਕਰਨ ਲਈ, ਉਹਦੇ ਤੇ 40 ਏਕੜ ਲੈਂਡ ਨੂੰ ਨਾ ਸਿਰਫ ਕੱਟ ਕੇ ਪਲਾਟ ਵੇਚ ਦਿੱਤੇ, ਬਲਕਿ ਉਹਦੇ ਤੇ 2000 ਤੋਂ ਉੱਪਰ ਫਲੈਟ ਬਣਾ ਲਏ, ਕਈ ਕੰਪਨੀਆਂ ਨੂੰ ਕਿਰਾਏ ਤੇ ਚੜਾ ਕੇ ਮੋਟਾ ਮੁਨਾਫਾਖੋਰੀ ਕੀਤੀ ਜਾ ਰਹੀ ਹੈ। ਇਹਦੇ ਬਾਰੇ ਤੁਸੀਂ ਲੋਕੀ ਕੋਈ ਨਹੀਂ ਬੋਲ ਰਹੇ, ਇਹਦੇ ਬਾਰੇ ਸਾਰੇ ਲੁਧਿਆਣੇ ਦੇ MLA ਚੁੱਪ ਕਰਕੇ ਬੈਠੇ। ਬਿਲਕੁਲ ਕੋਈ ਚੁੱਪ ਕਰਕੇ ਨਹੀਂ ਬੈਠਾ, ਸਾਰੇ ਹੀ ਉਹ ਸਰਕਾਰ ਨੂੰ ਮਿਲ ਕੇ ਦੱਸਿਆ ਗਿਆ ਵਾ। ਬਿਲਕੁਲ ਜਿਹੜੀ ਇਹ ਮਤਲਬ ਸਰਕਾਰ ਦੇ ਨੋਟਿਸ ਲਿਆ ਦਿੱਤਾ ਗਿਆ, ਬਿਲਕੁਲ ਗਲਤ ਹੋਇਆ ਵਾ। ਤੇ ਜਿਹੜਾ ਤੁਹਾਨੂੰ ਦੱਸਿਆ ਵੀ ਜਿਹੜਾ ਗਲਤ ਕੰਮ ਆ ਤੇ ਜਿਹੜਾ ਲੋਕਾਂ ਦੇ ਖਿਲਾਫ ਆ ਤੇ ਉਹਦੇ ਆਮ ਆਦਮੀ ਪਾਰਟੀ ਉਹਦੇ ਖਿਲਾਫ ਆ, ਜਿਹੜਾ ਲੋਕਾਂ ਦੇ ਹਿੱਤ 'ਚ ਆ ਤੇ ਆਮ ਆਦਮੀ ਪਾਰਟੀ ਉਹਦੇ ਹੱਥ 'ਚ ਆ। ਐ ਤਾਂ ਨਹੀਂ ਕਿ ਕੱਲ ਨੂੰ ਉਹ MP ਸਾਹਿਬ ਹੈ, MLA ਸਾਹਿਬ ਤੁਸੀਂ ਹੈਗੇ ਹੋ, ਤੁਸੀਂ ਕਹੋ ਯਾਰ ਮੇਰੀ ਜੁਡੀਸ਼ਰੀ 'ਚ ਨਹੀਂ ਆਉਂਦਾ, ਮੈਂ ਤਾਂ CM ਸਾਹਿਬ ਨੂੰ ਦੱਸ ਸਕਦਾ ਸੀਗਾ, ਮੈਂ ਦੱਸਤਾ CM ਸਾਹਿਬ ਕਹਿੰਦੀ ਉਹ ਤਾਂ ਸੈਂਟਰ ਦੇ ਅੰਡਰ ਆਉਂਦੇ ਆ, ਮੈਂ ਤਾਂ ਪਾਰਟੀ ਨੂੰ ਹਾਈ ਕਮਾਂਡ ਨੂੰ ਦੱਸ ਸਕਦਾ ਸੀ। ਪਰ ਕੁੱਲ ਮਿਲਾ ਕੇ ਮਤਲਬ ਕਈ ਸਾਰੇ ਜਾਣ ਤੇ ਹੋਵੇ ਕੁਛ ਨਾ, ਪਰ ਲੋਕਾਂ ਦੀ ਨਜ਼ਰ 'ਚ ਤਾਂ ਇਹੀ ਹੈ ਕਿ ਇਹ ਕਿੱਦਾਂ ਹੋ ਗਿਆ ਕਿ ਜਿਹੜਾ ਐਡਾ ਵੱਡਾ MP ਖੁਦ ਆਰੋਪ ਲਗਾ ਰਿਹਾ ਕਾਰੋਬਾਰੀ ਕਿ 10,000 ਕਰੋੜ ਰੁਪਏ ਦਾ ਉਹਨਾਂ ਨੇ ਇਸ ਚੱਕਰ ਦੇ ਵਿੱਚ ਉੱਪਰ ਥੱਲੇ ਕਰ ਦਿੱਤੀ, ਹੇਰ-ਫੇਰ ਕਰ ਦਿੱਤੀ ਹੈ। ਪਰ ਕੀ ਇਹ ਛੋਟੀ ਜਿਹੀ ਅਮਾਊਂਟ ਹੈ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਾਡੀ ਸਰਕਾਰ 'ਚ ਨਹੀਂ ਹੋਇਆ, ਇਹ ਬਿਲਕੁਲ ਹੋਇਆ ਨਹੀਂ, ਤਾਂ ਹੀ ਤਾਂ ਤੁਹਾਨੂੰ ਲੋਕਾਂ ਨੇ ਚੁਣਿਆ, ਕਿਉਂਕਿ ਜੇ ਤੁਹਾਡੀ ਸਰਕਾਰ 'ਚ ਬਹੁਤ ਕੁਝ ਨਹੀਂ ਹੋਇਆ, ਬਹੁਤ ਕੁਝ ਉਹਨਾਂ ਦੀ ਸਰਕਾਰਾਂ 'ਚ ਹੋਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਹੀ ਕਰਨ ਲਈ ਲਿਆਇਆ ਗਿਆ। ਸਾਡੀ ਸਰਕਾਰ 'ਚ ਨਹੀਂ ਹੋਇਆ, ਬਲਕਿ ਪਿਛਲੇ ਮਿਲ ਕੇ ਲੰਮੇ ਸਮੇਂ ਮਿਲ ਕੇ ਪੁਰਾਣੀ ਸਰਕਾਰਾਂ 'ਚ ਹੋਇਆ, ਪਰ ਇਹਨੂੰ ਸਹੀ ਕਰਨ ਵਾਸਤੇ ਆਮ ਆਦਮੀ ਪਾਰਟੀ ਆ ਗਈ ਆ ਤੇ ਬਿਲਕੁਲ ਸਹੀ ਕਰੂਗੀ। ਪਰ ਤੁਸੀਂ ਤਾਂ ਉਹਨਾਂ ਨੂੰ ਰਾਜ ਸਭਾ MP ਬਣਾਤਾ, ਆਪਣੀ ਸਰਕਾਰ ਦਾ ਸਿਰਮੌਰ ਬਣਾ ਦਿਆ। ਮੇਰੇ ਖਿਆਲ ਆ ਵੀ ਉਹ ਉਹਦੇ 'ਚ ਭਾਈਵਾਲ ਨਹੀਂ ਹੈਗਾ, ਜੋ ਮੈਨੂੰ ਪਤਾ ਲੱਗਿਆ। ਸਰ ਕਨਫਰਮ ਹੈ, ਰਿਤੇਸ਼ ਇੰਡਸਟਰੀਜ਼ ਦੇ ਨਾਮ ਤੇ ਉਹ ਪਲਾਟ ਅਲਾਟ ਹੋਇਆ ਔਰ ਰਿਤੇਸ਼ ਇੰਡਸਟਰੀਜ਼ ਦੇ ਜਿਹੜੇ MD ਹੈਗੇ ਉਹ ਉਹੀ ਹੈਗੇ ਆ। ਇਸ ਚੀਜ਼ ਦੀ ਅਸ਼ੋਰੈਂਸ ਅਸੀਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹ ਚਲੋ ਰਾਜ ਸਭਾ ਮੈਂਬਰ ਆ ਤੇ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਗਲਤ ਕੰਮ ਮਿਨਿਸਟਰ ਕਰਦਾ ਉਹ ਨਹੀਂ ਬਖਸ਼ਿਆ ਤੇ ਕੋਈ ਵੀ ਬਖਸ਼ਿਆ ਨਹੀਂ ਜਾਊ, MP ਵੀ ਨਹੀਂ ਬਖਸ਼ਿਆ ਜਾਊ। ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਮੈਂ ਤੁਹਾਨੂੰ ਕਹਿਣਾ ਵੀ ਸਾਡੀ ਪਾਰਟੀ ਨੇ ਆਪਣਾ ਜਿਹੜਾ ਮੰਤਰੀ ਸੀਗਾ ਪਾਰਟੀ ਦਾ, ਜੇ ਉਹਨੇ ਗਲਤ ਕੀਤਾ, ਕਰਪਸ਼ਨ ਕੀਤੀ, ਉਹ ਨਹੀਂ ਬਖਸ਼ਿਆ, ਉਹਨੂੰ ਜੇਲ੍ਹ ਭੇਜਿਆ ਗਿਆ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਗਈ ਆ। ਤੇ ਔਰ ਜਿਹੜਾ ਵੀ ਗਲਤ ਕਰੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ। ਔਰ ਮਿਲ ਕੇ ਆਮ ਆਦਮੀ ਪਾਰਟੀ ਬਿਲਕੁਲ ਜਿਹੜੇ ਲੋਕ ਹਿੱਤਾਂ ਵਾਸਤੇ ਆਈ ਹੈ ਤੇ ਲੋਕ ਹਿੱਤਾਂ ਦੇ ਜਿਹੜੇ ਉਹਨਾਂ ਨੇ ਮੈਂਡੇਟ ਦਿੱਤਾ, ਲੋਕਾਂ ਨੇ ਮਿਲ ਕੇ ਵਿਸ਼ਵਾਸ ਦਿੱਤਾ ਹੈ, ਉਹ ਵਿਸ਼ਵਾਸ ਟੁੱਟਣ ਨਹੀਂ ਦਿੱਤਾ ਜਾਊਗਾ। ਥੈਂਕ ਯੂ ਸਰ, ਥੈਂਕ ਯੂ ਸਰ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਦਲਜੀਤ ਸਿੰਘ ਭੋਲਾ ਜੀ, ਜਿਹੜੇ ਕਿ MLA ਹੈਗੇ ਹਲਕਾ ਪੂਰਬੀ ਤੋਂ, ਜਿੱਥੇ ਸਭ ਤੋਂ ਵੱਡਾ ਇੰਡਸਟਰੀਅਲ ਇਲਾਕਾ ਜਿੱਥੇ ਇਹਨਾਂ ਦੇ ਹੇਠ ਹੈ। ਸੋ ਇਹਨਾਂ ਨੇ ਵੀ ਇੱਕ ਵਾਰੀ ਵਿਸ਼ਵਾਸ ਦਿਵਾਇਆ ਕਿ ਜਿੱਦਾਂ ਮੰਤਰੀ ਸਾਹਿਬ ਜੇ ਨਹੀਂ ਬਖਸ਼ੇ ਗਏ ਜਿਨ੍ਹਾਂ ਨੇ ਗਲਤ ਕੀਤਾ, ਤੇ ਜੇ MP ਸਾਹਿਬ ਦੇ ਵੀ ਜਿਹੜੇ ਕੀਤੇ ਹੋਏ ਕੰਮਾਂ ਦੇ ਵਿੱਚ ਕਿਤੇ ਕੋਤਾਹੀ ਵਰਤੀ ਜਾਂਦੀ ਹੈ ਤੇ ਇੱਥੇ ਵੀ ਸਜ਼ਾ ਦੇ ਵਿੱਚ ਕਿਸੇ ਤਰੀਕੇ ਦਾ ਹੇਰ-ਫੇਰ ਨਹੀਂ ਹੋਏਗਾ। ਜਨਤਾ ਦੀ ਨਜ਼ਰਾਂ ਦੇ ਵਿੱਚ ਜੋ ਬੰਦੀ ਸਜ਼ਾ ਉਹ ਦਿੱਤੀ ਜਾਏਗੀ। ਇਹ ਸਾਰੀਆਂ ਗੱਲਾਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਕਿਸੇ ਨਾਲ ਵੀ ਵਿਤਕਰਾ ਨਹੀਂ ਕਰੇਗਾ ਹੋਰ ਸਰਕਾਰਾਂ ਦੀ ਤਰ੍ਹਾਂ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਇਹਨਾਂ ਨਾਲ ਫਿਰ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਾਨੀ ਤੈਸ਼ੀ। ਧੰਨਵਾਦ।